Good morning to all of you. Once again, you all are welcome on your own channel, Honor Classes Patiala. So, as we have discussed in the earlier lectures, that we will do or cover the syllabus in a very systematic way. So, today we are going to do the very first writer of the very first age, that is Elizabethan age. ਸੋ ਕੁਈਨ ਐਲਿਜ਼ਾਬੈਥ ਜਿਹੜੀ ਰਾਣੀ ਸੀਗੀ ਇੰਗਲੈਂਡ ਦੀ, ਉਸ ਏਜ ਦੇ ਵਿੱਚੋਂ, ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਸਿਲੇਬਸ ਦੇ ਵਿੱਚ 3 ਰਾਈਟਰ ਹੈਗੇ ਆ ਦੋਸਤੋ। ਸੋ ਤਿੰਨੋਂ ਰਾਈਟਰ ਨੂੰ ਵੀ ਆਪਾਂ ਇੱਕ ਟ੍ਰਿਕ ਨਾਲ ਯਾਦ ਕਰ ਸਕਦੇ ਹਾਂ। ਜੇ ਤੁਸੀਂ ਟ੍ਰਿਕ ਯਾਦ ਕਰਨੀ ਹੋਵੇ ਕਿ ਇਹ ਰਾਈਟਰ ਆਪਾਂ ਕਿਵੇਂ ਯਾਦ ਰੱਖਣੇ ਆ, ਤੁਸੀਂ ਕਰ ਸਕਦੇ ਹੋ SMS। ਅੱਜ ਕੱਲ੍ਹ ਤੁਸੀਂ SMS ਕਰਦੇ ਹੋ ਨਾ, ਬੜੀ ਸਿੰਪਲ ਜੀ ਭਾਸ਼ਾ ਦੇ ਵਿੱਚ ਇਹ ਆਪਣੇ ਦਿਮਾਗ 'ਚ ਰਹਿ ਸਕਦਾ। S ਫੋਰ ਸਪੈਂਸਰ, ਪ੍ਰੋਨਾਂਸੀਏਸ਼ਨ ਤੁਸੀਂ ਦੇਖ ਲਿਓ ਦੋਸਤੋ। ਕੁਛ ਸਪੈਂਸਰ ਕਹਿੰਦੇ ਆ ਇਹਨੂੰ, ਕੁਛ ਇੱਕ ਦੀ ਹੈਗੀ ਜਿਹੜੀ ਸਪੈਂਸਰ ਹੈਗੀ ਆ, ਹਨਾ। ਸੋ ਮਾਰਲੋਵ, ਕ੍ਰਿਸਟੋਫਰ ਮਾਰਲੋਵ, that is, and last one is William Shakespeare, William Shakespeare। so Elizabethan age ਦੇ ਵਿੱਚ it is Elizabethan age। ਐਲਿਜ਼ਾਬੈਥਨ ਏਜ ਜਿਹੜੀ ਆਪਾਂ ਸਟਾਰਟ ਕਰਾਂਗੇ ਅੱਜ ਪਹਿਲੀ, ਉਹਦੇ ਵੈਰੀ ਫਸਟ ਰਾਈਟਰ ਇਜ਼ ਐਡਮੰਡ ਸਪੈਂਸਰ। ਸੋ ਐਡਮੰਡ ਸਪੈਂਸਰ ਜਿਹੜੇ ਹੈਗੇ ਆ ਦੋਸਤੋ, ਇਹਨਾਂ ਦਾ ਬਰਥ ਹੁੰਦਾ 1552 ਦੇ ਵਿੱਚ, 1552 ਦੇ ਵਿੱਚ, ਤੇ ਇਹਨਾਂ ਦੀ ਜਿਹੜੀ ਡੈਥ ਆ ਉਹ ਹੁੰਦੀ ਆ 1599 ਦੇ ਵਿੱਚ। ਆਲਮੋਸਟ 46-47 ਈਅਰ ਲਾਈਫ ਸਪੈਨ ਰਿਹਾ ਇਹਨਾਂ ਦਾ। ਸ਼ੁਰੂ ਕਰਦੇ ਹਾਂ ਦੋਸਤੋ। ਜਿਹੜੇ ਸਪੈਂਸਰ ਸੀਗੇ ਉਹਨਾਂ ਦਾ ਜਨਮ ਕਿੱਥੇ ਹੋਇਆ? ਈਸਟ ਸਮਿਥਫੀਲਡ, ਲੰਡਨ ਦੇ ਵਿੱਚ। ਜਿਵੇਂ ਕਿ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਤਕਰੀਬਨ 50 ਰਾਈਟਰ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦਾ ਜਨਮ ਲੰਡਨ ਦੇ ਵਿੱਚ ਹੁੰਦਾ, ਤੇ 10 ਜਿਹੜੇ ਹੈਗੇ ਆ ਇੰਡੀਅਨ ਰਾਈਟਰ ਹੈਗੇ ਆ, ਤੇ ਬਾਕੀ ਜਿਹੜੇ ਰਹਿ ਗਏ ਆਪਣੇ 12-13 ਉਹਨਾਂ ਦਾ ਕਿਸੇ ਦਾ ਪੋਲੈਂਡ ਦੇ ਵਿੱਚ, ਕਿਸੇ ਦਾ ਡਬਲਿਨ ਦੇ ਵਿੱਚ। ਉਹ ਆਪਾਂ ਜਿਵੇਂ ਜਿਵੇਂ ਲੈਕਚਰ ਪੜ੍ਹਦੇ ਜਾਵਾਂਗੇ ਤੇ ਉਹਨੂੰ ਕਵਰ ਕਰਦੇ ਜਾਵਾਂਗੇ। ਸੋ ਇਹਨਾਂ ਦੇ ਫਾਦਰ ਦਾ ਨਾਂ ਜੌਨ ਸਪੈਂਸਰ ਸੀ, ਕਲੋਥ ਮੇਕਿੰਗ ਦਾ ਕੰਮ ਕਰਦੇ ਸੀ ਉਹ। ਦੇਖੋ ਦੋਸਤੋ, ਜਿਹੜੇ ਕੁਐਸਚਨਸ ਦਾ ਚਾਂਸ ਜ਼ਿਆਦਾ ਹੁੰਦਾ ਪੇਪਰ ਦੇ ਵਿੱਚ ਆਉਣ ਦਾ, ਉਹਨਾਂ ਨੂੰ ਮੈਂ ਇੱਥੇ ਹਾਈਲਾਈਟ ਕਰੀ ਜਾਊਂਗਾ। ਤੁਸੀਂ ਉਹਨਾਂ ਦੇ ਨੋਟਸ ਜ਼ਰੂਰ ਬਣਾਉਂਦੇ ਰਹੋ। ਦੇਖੋ ਆਪਣੇ ਸਕਰੀਨਸ਼ਾਟ ਲੈ ਲਓ, ਚਾਹੇ ਨੋਟਸ ਬਣਾ ਲਓ, ਹਨਾ, ਤੇ ਚਾਹੇ ਤੁਸੀਂ ਯਾਦ ਰੱਖਣੇ ਬਹੁਤ ਔਖੇ ਹੋ ਜਾਂਦੇ ਆ ਤਾਂ ਮੈਂ ਕਹਿੰਦਾ ਕਿ ਸ਼ਾਰਟ ਨੋਟ ਜ਼ਰੂਰ ਬਣਾ ਲਏ ਜਾਣ ਲੈਕਚਰਸ ਦੇ। ਤੇ ਸਪੈਂਸਰ ਨੂੰ ਕਿਹਾ ਗਿਆ ਦਾ ਪੋਇਟਸ ਪੋਇਟ। ਸਿੱਧਾ ਕੁਐਸਚਨ ਆਉਂਦਾ ਦੋਸਤੋ, ਲਿਖੋ, ਹਨਾ, ਕਿੰਨੇ ਕਿਹਾ? ਇੱਕ ਤਾਂ ਹੇਠ ਲਿਖਿਆਂ ਚੋਂ ਕਿਹਨੂੰ ਕਿਹਾ ਗਿਆ ਪੋਇਟਸ ਪੋਇਟ? ਆਪਸ਼ਨ ਦਿੱਤੀਆਂ ਹੋਣੀਆਂ, ਤੁਸੀਂ ਟਿਕ ਕਰ ਦੇਣਾ। ਇੱਕ ਕਿਹਨੇ ਕਿਹਾ ਸਪੈਂਸਰ ਨੂੰ ਪੋਇਟਸ ਪੋਇਟ? ਚਾਰਲਸ ਲੈਂਬ ਨੇ। ਤੇ ਦੋਸਤੋ ਰਿਕਟ ਕੀ ਕਹਿੰਦੇ ਨੇ? is at once child of Renaissance and Reformation। ਐਡਮੰਡ ਸਪੈਂਸਰ ਬਾਰੇ ਕਹਿੰਦੇ ਨੇ, ਸਿੱਧੀ ਜੀ ਕੋਟੇਸ਼ਨ ਪੁੱਛੀ ਜਾ ਸਕਦੀ ਹੈ ਪੇਪਰ ਦੇ ਵਿੱਚ, ਨੋਟ ਕਰੋ। ਅਲੈਗਜ਼ੈਂਡਰ ਪੋਪ ਕੀ ਕਹਿੰਦੇ ਨੇ? ਸਪੈਂਸਰ ਨੂੰ ਕੰਪੇਅਰ ਕਰਦੇ ਨੇ ਟੂ ਆ ਮਿਸਟ੍ਰੈਸ, ਇਸ ਤਰ੍ਹਾਂ ਦੀ ਪਤਨੀ whose faults we see, ਜਿਨ੍ਹਾਂ ਦੇ ਫਾਲਟ ਜਾਂ ਗਲਤੀਆਂ ਸਾਨੂੰ ਪਤਾ ਹੁੰਦੀਆਂ, ਬਟ ਲਵ ਹਰ ਵਿਦ ਆਲ ਦੈਮ, ਫਿਰ ਵੀ ਅਸੀਂ ਉਹ ਸਾਰੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪਿਆਰ ਕਰਦੇ ਹਾਂ। ਸਪੈਂਸਰਜ਼ ਪੋਇਟਰੀ ਇਜ਼ ਕਰੈਕਟਰਾਈਜ਼ਡ ਬਾਈ ਸੈਂਸੂਅਸਨੈਸ, ਬਹੁਤ ਹੈਗੀ ਹੈ ਪੋਇਟਰੀ ਦੇ ਵਿੱਚ, ਤੇ ਇਮੈਜੀਨੇਸ਼ਨ ਤੇ ਪਰਫੈਕਟ ਮੈਲੋਡੀ। ਇਹ ਆਪਾਂ ਕਹਿ ਸਕਦੇ ਹਾਂ ਸਪੈਂਸਰ ਦੀ ਪੋਇਟਰੀ ਬਾਰੇ। ਜੌਨ ਮਿਲਟਨ ਕਹਿੰਦੇ ਆ ਇਨ ਹਿਜ਼ ਐਰੋਪੈਗਿਟਿਕਾ, ਅਵਰ ਸੇਗ ਐਂਡ ਸੀਰੀਅਸ ਪੋਇਟ ਸਪੈਂਸਰ, ਸਪੈਂਸਰ ਦੀ ਤਾਰੀਫ ਕਰਦੇ ਹੋਏ ਕਹਿੰਦੇ ਆ, whom I dare be known to think a better teacher than Scotus and Aquinas। ਉਹ ਕਹਿੰਦੇ ਆ ਵੀ ਮੈਂ ਇਸ ਚੀਜ਼ ਨੂੰ ਕਹਿਣਾ ਕਿ ਉਹ ਜਿਹੜੇ ਸਪੈਂਸਰ ਹੈਗੇ ਆ ਉਹ ਸਕਾਊਟਸ ਤੇ ਐਕੁਇਨਸ ਤੋਂ ਬੈਟਰ ਟੀਚਰ ਨੇ। ਇਸ ਤਰ੍ਹਾਂ ਦੀ ਉਹਨਾਂ ਨੂੰ ਤਾਰੀਫ ਕਹਿੰਦੇ ਆ ਉਹ। ਉਸ ਤੋਂ ਬਾਅਦ ਦੋਸਤੋ ਲੀ ਹੰਟ, ਇਹਨਾਂ ਨੂੰ ਵੀ ਆਪਾਂ ਅੱਗੇ ਜਾ ਕੇ ਆਈ ਥਿੰਕ ਕੰਟੈਂਪਰੇਰੀ ਏਜ ਦੇ ਵਿੱਚ ਪੜਾਂਗੇ। ਕੰਟੈਂਪਰੇਰੀ ਜਾਂ ਮਾਡਰਨ ਏਜ ਦੇ ਵਿੱਚ ਰਾਈਟਰ ਹੈਗੇ ਆ ਲੀ ਹੰਟ। ਇਹ ਕਹਿੰਦੇ ਆ ਆਪਣੀ ਇਮੈਜੀਨੇਸ਼ਨ ਐਂਡ ਫੈਂਸੀ 1845 ਦੇ ਵਿੱਚ ਲਿਖੇ ਗਏ ਵਰਕ ਦੇ ਵਿੱਚ ਕ੍ਰਿਟਿਕ ਸੀਗੇ। I think that if he had not been a great poet, ਜੇਕਰ ਉਹ ਸਪੈਂਸਰ ਇੱਕ ਪੋਇਟ ਨਾ ਹੁੰਦੇ ਤਾਂ ਕੀ ਹੁੰਦੇ? would have been a great painter, ਇੱਕ ਪੇਂਟਰ ਹੁੰਦੇ, ਹੈ ਨਾ। ਨੋਟ ਕਰੋ, ਇਹ ਵੀ ਪੇਪਰ 'ਚ ਆਉਣ ਵਾਲੇ ਕੁਐਸਚਨ ਆ। he was educated at Merchant Taylors School, ਸਕੂਲ ਦਾ ਨਾਮ ਇਹ ਸੀ ਜਿੱਥੇ ਪੜ੍ਹੇ, and at Pembroke Hall, Cambridge, a Puritan College ਕੈਂਬਰਿਜ ਦੇ ਵਿੱਚ ਪੜ੍ਹੇ। ਆਫਟਰ ਟੇਕਿੰਗ ਹਿਜ਼ BA ਕਰਨ ਤੋਂ ਬਾਅਦ 21 ਸਾਲ ਦੇ ਸੀ ਉਦੋਂ 1573 ਦੇ ਵਿੱਚ, ਐਂਡ MA 24 ਸਾਲ ਦੇ ਨੇ MA ਕੀਤੀ 1576 ਦੇ ਵਿੱਚ।
ਸਪੈਂਸਰ ਲੈਫਟ ਕੈਂਬਰਿਜ ਫॉर ਕੈਂਟ, ਕੈਂਬਰਿਜ ਛੱਡ ਕੇ ਉਹ ਕੈਂਟ ਚਲੇ ਗਏ ਜੋ ਕਿ ਯੂਕੇ ਦੇ ਵਿੱਚ ਹੀ ਸੀਗਾ, ਤੁਸੀਂ ਕਹਿ ਸਕਦੇ ਹੋ ਇੰਗਲੈਂਡ ਦੇ ਵਿੱਚ ਹੀ ਸੀਗਾ। ਵੇਅਰ ਹੀ ਐਕਟਡ ਐਜ਼ ਸੈਕਟਰੀ ਟੂ ਡਾਕਟਰ ਜੌਨ ਯੰਗ, former master of Pembroke College and newly appointed Bishop of Rochester. It was at Kent, Kent ਦੇ ਵਿੱਚ ਕੀ ਸੀਗਾ, he published his first publicly released poetic work। ਇੱਥੇ ਜ਼ੋਰ ਦਿਓ ਜੀ, ਕੈਂਟ ਪਹੁੰਚੇ ਤਾਂ ਉਹਨਾਂ ਨੇ ਆਪਣਾ ਪਹਿਲਾ ਪਬਲਿਕਲੀ ਰਿਲੀਜ਼ਡ ਵਰਕ, ਪੋਇਟਿਕ ਵਰਕ ਲਿਖਿਆ ਜਿਹੜਾ ਕਿ ਇੱਕ ਤਰ੍ਹਾਂ ਦਾ ਪਾਸਟੋਰਲ ਪੋਇਮ ਸੀਗੀ। ਇਹ ਲਿਖ ਸਕਦੇ ਹੋ ਤੁਸੀਂ, ਪਾਸਟੋਰਲ ਪੋਇਮ ਸੀਗੀ। ਇਹਨੂੰ ਪਹਿਲੀ ਵਾਰ ਉਹਨਾਂ ਨੇ 1579 ਦੇ ਵਿੱਚ ਪਬਲਿਸ਼ ਕਰਾਇਆ। 1552 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ, 1579 ਦੇ ਵਿੱਚ ਪਬਲਿਸ਼ ਕਰਾਉਂਦੇ ਆ ਦਾ ਸ਼ੈਫਰਡਸ ਕੈਲੰਡਰ ਇਨ 1579 ਟੂ ਪੋਜ਼ਿਟਿਵ ਰਿਵਿਊਜ਼। ਬਹੁਤ ਉਹਨੂੰ ਮਸ਼ਹੂਰੀ ਮਿਲੀ, ਬਹੁਤ ਹੀ ਅੱਛੇ ਉਹਤੇ ਰਿਵਿਊਜ਼ ਸੁਣਨ ਨੂੰ ਮਿਲੇ। ਤੇ ਆਹ ਕੁਐਸਚਨ ਸਿੱਧਾ ਹੀ ਪੇਪਰ ਦੇ ਵਿੱਚ ਆ ਜਾਂਦਾ ਕਈ ਵਾਰ, ਸ਼ੈਫਰਡਸ ਕੈਲੰਡਰ ਪਬਲਿਸ਼ ਕਦੋਂ ਹੋਇਆ ਹੈ ਨਾ, ਜਾਂ ਫਿਰ ਪਹਿਲਾ ਪਬਲਿਕਲੀ ਰਿਲੀਜ਼ਡ ਵਰਕ ਕਿਹੜਾ ਸੀਗਾ, ਜਾਂ ਫਿਰ ਡੈਡੀਕੇਟ ਕਿਹਨੂੰ ਸੀ। ਇਟ ਵਾਸ ਡੈਡੀਕੇਟਡ ਟੂ ਫਿਲਿਪ ਸਿਡਨੀ। ਧਿਆਨ ਰੱਖਣਾ ਦੋਸਤੋ, ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ, ਫਿਲਿਪ ਸਿਡਨੀ ਨੂੰ ਡੈਡੀਕੇਟਡ ਸੀਗਾ। ਇਨ ਇਮੀਟੇਸ਼ਨ ਆਫ ਦਾ ਕਲਾਸੀਕਲ ਪੋਇਟ ਵਰਜਿਲ, ਇੱਕ ਕਲਾਸੀਕਲ ਪੋਇਟ ਹੋਇਆ। ਦਾ ਸ਼ੈਫਰਡਸ ਕੈਲੰਡਰ 1579 ਕੰਸਿਸਟ ਆਫ ਅ ਸੀਰੀਜ਼ ਆਫ ਇਕੋਲੌਗਸ। ਇਕੋਲੌਗਸ ਦੀ ਇੱਕ ਸੀਰੀਜ਼ ਹੈਗੀ ਆ ਇਹ ਕੀ, ਸ਼ੈਫਰਡਸ ਕੈਲੰਡਰ, ਜਿਹਦੇ ਵਿੱਚ ਕੀ ਆ, ਸ਼ਾਰਟ ਪੋਇਮਸ ਨੇ ਯੂਜੂਅਲੀ ਕਾਸਟ ਐਜ਼ ਪਾਸਟੋਰਲ ਡਾਇਲੌਗਸ ਇਨ ਵਿਚ ਵੇਰੀਅਸ ਕਰੈਕਟਰਸ ਇਨ ਦ ਗਿਊਜ਼ ਆਫ ਇਨੋਸੈਂਟ ਐਂਡ ਸਿੰਪਲ ਸ਼ੈਫਰਡਸ ਡਿਸਕਸ ਲਾਈਫ ਨੂੰ ਡਿਸਕਸ ਕਰਦੇ ਆ, ਪਿਆਰ ਨੂੰ, ਫਾਰਮੂਲੇਟਿੰਗ weighty and often satirical opinions on question of the day। ਠੀਕ ਹੈ, ਇਹ ਤੁਸੀਂ ਆਪਣੇ ਆਪ ਇਹਦਾ ਜਿਹੜਾ ਹੈਗਾ ਕਰ ਸਕਦੇ ਹੋ। ਸ਼ੈਫਰਡਸ ਕੈਲੰਡਰ ਜਿਹੜਾ ਵਰਕ ਹੈਗਾ ਐਡਮੰਡ ਸਪੈਂਸਰ ਦਾ, ਉਹਦੇ ਵਿੱਚ ਜਿਹੜੇ 12 ਇਕੋਲੌਗ ਨੇ ਹੈ ਨਾ, ਉਹ ਕਰੋਸਪੌਂਡ ਕਿਹਨੂੰ ਕਰਦੇ ਆ, 12 ਮੰਥ ਆਫ ਇੰਗਲਿਸ਼ ਕੈਲੰਡਰ। ਜਿਹੜੇ ਇੰਗਲਿਸ਼ ਕੈਲੰਡਰ ਦੇ 12 ਮਹੀਨੇ ਹੈਗੇ ਆ ਜਾਂ 12 ਮੰਥ ਹੈਗੇ ਆ, ਉਹਨੂੰ ਕਰੋਸਪੌਂਡ ਕਰਦੇ ਆ। ਠੀਕ ਹੈ ਜੀ, 12 ਇਕੋਲੌਗਸ ਇਸੇ ਕਰਕੇ ਰੱਖੇ ਗਏ ਇਹਦੇ ਵਿੱਚ। ਤੁਹਾਨੂੰ ਕੁਐਸਚਨ ਆ ਸਕਦਾ ਕਿ 12 ਇਕੋਲੌਗਸ ਕਿਹਨੂੰ ਕਰੋਸਪੌਂਡ ਕਰਦੇ ਆ, ਹਨ, ਤੁਸੀਂ ਲਿਖੋਗੇ ਜੀ 12 ਮੰਥਸ ਆਫ ਇੰਗਲਿਸ਼ ਕੈਲੰਡਰ। ਥਰੂ ਹਿਜ਼ ਪੋਇਟਰੀ ਸਪੈਂਸਰ ਹੋਪ ਟੂ ਸਿਕਿਉਰ ਅ ਪਲੇਸ ਐਟ ਕੋਰਟ which he visited in Walter Raleigh's company to deliver his most famous work। ਦੇਖੋ ਵਾਲਟਰ ਰੈਲੇ ਦੇ ਸਹਿਯੋਗ ਨਾਲ, ਜੋ ਕਿ ਐਲਿਜ਼ਾਬੈਥ ਦੇ ਉੱਥੇ ਕੰਮ ਕਰਦੇ ਸੀ, ਮੰਤਰੀ ਪਦ ਤੇ ਕਹਿ ਲਓ ਤੁਸੀਂ, ਜਾਂ ਜਿੱਦਾਂ ਵੀ ਉੱਥੇ EMPLOYE ਸੀ ਉਹਨਾਂ ਦੇ, ਤੇ ਉਹਨਾਂ ਨੂੰ ਉਹਨਾਂ ਦੀ ਸਹਾਇਤਾ ਨਾਲ ਜਿਹੜਾ ਇਹਨਾਂ ਦਾ ਸਭ ਤੋਂ ਇੰਪੋਰਟੈਂਟ ਕੰਮ ਸੀਗਾ ਐਡਮੰਡ ਸਪੈਂਸਰ ਦਾ, ਜਿਹੜਾ ਸਭ ਤੋਂ ਇੰਪੋਰਟੈਂਟ ਵਰਕ ਸੀ ਦਾ ਫੇਅਰੀ ਕੁਈਨ, ਦਾ ਫੇਅਰੀ ਕੁਈਨ, ਇਹਨੂੰ ਲੈ ਕੇ ਉਹ ਕਿੱਥੇ ਗਏ, ਕੋਰਟ ਦੇ ਵਿੱਚ। ਐਲਿਜ਼ਾਬੈਥ ਜਿਹੜੀ ਸੀਗੀ ਉਸ ਟਾਈਮ ਦੀ ਰਾਣੀ, ਉਹਨਾਂ ਕੋਲ ਗਏ ਤਾਂ ਕਿ ਉਹਨਾਂ ਦੇ ਕੋਰਟ ਦੇ ਵਿੱਚ ਉਹ ਜਿਹੜੇ ਹੈਗੇ ਆ ਇੱਕ ਰਾਜਸੀ ਪੋਇਟ ਬਣ ਜਾਣ। ਰਾਜ ਜਿਵੇਂ ਕਿ ਨਾ ਰਾਇਲ ਪੋਇਟ ਹੁੰਦੇ ਸੀ ਪਹਿਲਾਂ, ਜਾਂ ਰਾਇਲ ਐਕਟਰਸ ਹੁੰਦੇ ਸੀ, ਤਾਂ ਉਹ ਉੱਥੇ ਰਾਇਲ ਐਲਿਜ਼ਾਬੈਥ ਦੇ ਕੋਰਟ ਦੇ ਵਿੱਚ ਫੇਰੀ ਕੁਈਨ, ਜੋ ਕਿ ਕੁਈਨ ਐਲਿਜ਼ਾਬੈਥ ਦੀ ਇੱਕ ਤਰ੍ਹਾਂ ਦੀ ਪ੍ਰੇਜ਼ ਕਰਦੀ ਹੋਈ ਪੋਇਮ ਸੀਗੀ, ਉਹ ਲੈ ਕੇ ਗਏ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਕੋਰਟ ਦੇ ਵਿੱਚ ਉਹ ਮਹਾਰਾਣੀ ਉਹਨੂੰ ਪੜ੍ਹ ਕੇ ਆਪਣੀ ਤਾਰੀਫ ਨੂੰ ਉੱਥੇ ਉਹਨਾਂ ਨੂੰ ਐਜ਼ ਅ ਰਾਇਲ ਪੋਇਟ ਜਗ੍ਹਾ ਦੇ ਦੇਵੇ, ਹੈ ਨਾ। ਤਾਂ ਇਹਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈਗੀ ਆ ਜੀ, ਫੇਰੀ ਕੁਈਨ ਦੀਆਂ 6 ਟੋਟਲ ਜਿਹੜੀਆਂ ਹੈਗੀਆਂ ਬੁੱਕਸ ਉਹਨਾਂ ਨੇ ਪਬਲਿਸ਼ ਕੀਤੀਆਂ। ਬੁੱਕ 1st, 2nd ਐਂਡ 3rd ਆਫ ਫੇਰੀ ਕੁਈਨ, ਇਹਨੂੰ 1590 ਦੇ ਵਿੱਚ ਪਬਲਿਸ਼ ਕੀਤਾ ਗਿਆ। ਉਸ ਤੋਂ ਬਾਅਦ 1596 ਦੇ ਵਿੱਚ, 1596 ਦੇ ਵਿੱਚ ਪਹਿਲੀਆਂ 3 ਤੇ ਨੈਕਸਟ 4th, 5th, 6th ਸਾਰੀਆਂ ਦਾ ਇੱਕ ਵੋਲਿਊਮ ਤਿਆਰ ਕੀਤਾ ਗਿਆ। ਤਾਂ ਦੋਸਤੋ ਉਹ 1596 ਦੇ ਵਿੱਚ, ਠੀਕ ਹੈ। He offered Elizabeth the fairy queen in an attempt to gain her favor। ਉਹਨਾਂ ਦਾ ਫੇਵਰ ਲੈਣ ਲਈ ਜਾਂ ਉਹਨਾਂ ਨੂੰ ਖੁਸ਼ ਕਰਨ ਲਈ, he in recognition of his poem Elizabeth awarded Spencer £100 ਉਹਨਾਂ ਨੂੰ ਇਨਾਮ ਦਿੱਤਾ। ਤੇ ਮਹਾਰਾਣੀ ਨੂੰ ਉਹ ਜਿਹੜੀ ਹੈਗੀ ਆ, ਜਿਹੜੀ ਐਲਿਜ਼ਾਬੈਥ ਨੂੰ ਬਹੁਤ ਪਸੰਦ ਆਉਂਦੀ ਆ ਫੇਰੀ ਕੁਈਨ। ਉਸ ਤੋਂ ਬਾਅਦ ਉਹ ਆਪਣੇ ਜਿਹੜੇ ਖਜ਼ਾਨਚੀ ਕਹਿ ਲਓ ਜਾਂ ਮੰਤਰੀ, ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਇੱਕ ਪੈਨਸ਼ਨ ਲਗਾ ਦਿਓ, ਹੈ ਨਾ, £50 ਦੀ, ਆਈ ਥਿੰਕ ਉਹਦੇ ਵਿੱਚ ਕੰਟਰੋਵਰਸੀ ਜੀ ਹੈਗੀ ਆ, ਤੇ ਉਹ ਪੈਨਸ਼ਨ ਲਗਾ ਦਿੱਤੀ ਜਾਂਦੀ ਆ ਮਹਾਰਾਣੀ ਵੱਲੋਂ। ਬਟ ਫਿਰ ਕੀ ਆ, ਲਾਰਡ ਬਰਗਲੇ ਨਾਂ ਦਾ ਇੱਕ
EMPLOYE ਸੀਗਾ ਉੱਥੇ ਐਲਿਜ਼ਾਬeth ਦੇ ਕੋਰਟ ਵਿੱਚ, ਉਹਨੂੰ ਲੈਂਪੂਨ ਕੀਤਾ ਸੀ ਇਹਨੇ, ਮਤਲਬ ਉਹਦੀ ਟੰਗ ਖਿਚਾਈ ਕੀਤੀ ਸੀ ਇੱਕ ਤਰ੍ਹਾਂ ਨਾਲ, ਸਿੰਪਲ ਭਾਸ਼ਾ ਦੇ ਵਿੱਚ ਕਹਿ ਦਈਏ। ਮਦਰ ਹਬਰਟਸ ਟੇਲ ਇਹਦਾ ਇੱਕ ਵਰਕ ਸੀਗਾ ਐਡਮੰਡ ਸਪੈਂਸਰ ਦਾ, ਤੇ ਇਸੇ ਕਰਕੇ ਉਹ ਜਿਹੜਾ ਹੈਗਾ ਉਹ ਇੱਕ ਪੈਨਸ਼ਨ ਲੱਗਦੀ ਹੈ ਜਿਹੜੀ, ਉਹਦੇ ਵਿੱਚ ਉਹ ਅੜਿੱਕਾ ਬਣਦਾ। ਕੌਣ ਅੜਿੱਕਾ ਬਣਦਾ ਪੈਨਸ਼ਨ ਦੇ ਵਿੱਚ? ਲਾਰਡ ਬਰਗਲੇ। ਉਸ ਤੋਂ ਬਾਅਦ ਕੀ ਹੈਗਾ ਜੀ, ਐਜ਼ ਅ ਰਿਜ਼ਲਟ ਆਫ ਦਿਸ ਹੀ ਹੈਡ ਟੂ ਰਿਟਰਨ ਟੂ ਆਇਰਲੈਂਡ। ਆਇਰਲੈਂਡ ਚਲੇ ਜਾਂਦੇ ਸਪੈਂਸਰ ਸਾਹਿਬ ਇਨ ਅਰਲੀ 1591 ਵਿਦਆਊਟ ਫਰਦਰ ਪ੍ਰੈਫਰਮੈਂਟ, ਹੋਰ ਕੋਈ ਅੱਗੇ ਕੋਈ ਕੰਮ ਕਰਦੇ ਜਾਂ ਕੋਈ ਉੱਥੇ ਹੈ ਨਾ। It was in Ireland that Spencer met Elizabeth Boyle. Elizabeth Boyle कह लो, Boyle कह लो, it is about pronunciation. A young woman from an important English family तो ਹੁੰਦੀ ਆ, ਉਹਨਾਂ ਨੂੰ ਮਿਲਦੀ ਆ। Her year-long suit to win her hand in marriage, ਇੱਕ ਸਾਲ ਉਹਦਾ ਪਿੱਛਾ ਕਰਦਾ ਇੱਕ ਤਰ੍ਹਾਂ ਨਾਲ ਕਿ ਉਹ ਉਹਦੇ ਨਾਲ ਵਿਆਹ ਕਰਾਉਣ ਨੂੰ ਰਾਜੀ ਹੋ ਜਾਵੇ, is recorded in his sonnet sequence Amorati. Amorati ਧਿਆਨ ਰੱਖਿਓ, ਇੱਕ immorality ਵੀ ਆ ਆਈ ਨਾਲ, ਹੈ ਨਾ, ਇਹ ਏ ਨਾਲ ਐਮੋਰਿਟੀ, ਉਹਦਾ ਜਿਹੜਾ ਗੱਲਾਂ ਨੇ ਸਾਰੀਆਂ ਇਹਦੇ ਵਿੱਚ ਅਮੋਰਿਟੀ ਦੇ ਵਿੱਚ ਰਿਕਾਰਡ ਨੇ ਉਹ ਚੀਜ਼, ਹੈ ਨਾ, ਜਿਹੜਾ ਇੱਕ ਸਾਲ ਉਹਦੇ ਲਈ ਸੰਘਰਸ਼ ਕਰਦਾ ਉਹਨੂੰ ਆਪਣੀ ਪਤਨੀ ਬਣਾਉਣ ਲਈ, ਹੈ ਨਾ। ਇਨ ਜੂਨ 1594 ਹੀ ਇਵੈਂਚੁਅਲੀ ਮੈਰਿਡ ਐਲਿਜ਼ਾਬeth ਬੋਇਲ। ਐਲਿਜ਼ਾਬeth ਬੋਇਲ ਨਾਲ ਉਹਦਾ ਵਿਆਹ ਵੀ ਹੋ ਜਾਂਦਾ, ਕਦੋਂ? 1594 ਦੇ ਵਿੱਚ। ਐਂਡ ਡੈਡੀਕੇਟਡ, ਆਹ ਕੁਐਸਚਨ ਬਹੁਤ ਵਾਰ ਪੇਪਰ 'ਚ ਆਉਂਦਾ ਜੀ, ਮੈਰਿਜ ਸੌਂਗ, ਇੱਕ ਮੈਰਿਜ ਸੌਂਗ ਉਹਨਾਂ ਨੂੰ ਡੈਡੀਕੇਟ ਕਰਦਾ, ਕਿਹਨੂੰ? ਐਲਿਜ਼ਾਬeth ਬੋਇਲੀ ਨੂੰ, ਆਪਣੀ ਘਰਵਾਲੀ ਨੂੰ, ਐਪੀਥਲੇਮੀਅਨ, ਜਿਹਦਾ ਨਾਮ ਆ ਜੀ ਐਪੀਥਲੇਮੀਅਨ। ਕਦੋਂ ਪਬਲਿਸ਼ ਹੁੰਦਾ? 1595 ਦੇ ਵਿੱਚ, 1595 ਦੇ ਵਿੱਚ। ਟੂ ਹਿਜ਼ ਯੰਗ ਬਰਾਈਡ ਔਨ देयर ਵੈਡਿੰਗ ਡੇ ਇਨ 1594। ਹਾਲਾਂਕਿ ਇਹ ਲਿਖਿਆ 1594 ਦੇ ਵਿੱਚ ਹੀ ਜਾਂਦਾ, ਜਿਹੜੇ ਦਿਨ ਉਹਨਾਂ ਦਾ ਵਿਆਹ ਹੁੰਦਾ। ਇਹ ਕਵੀ ਵੀ ਘੈਂਟ ਹੀ ਹੁੰਦੇ ਆ, ਵਿਆਹ ਵਾਲੇ ਦਿਨ ਵੀ ਨਹੀਂ ਲਿਖਣੋਂ ਹਟਦੇ, ਹੈ ਨਾ, ਵਿਆਹ ਵਾਲੇ ਦਿਨ ਉਹ ਲਿਖਦੇ ਆ ਤੇ 95 ਦੇ ਵਿੱਚ ਪਬਲਿਸ਼ ਕਰਦੇ ਆ। ਇਟ ਵਾਸ ਪਬਲਿਸ਼ਡ ਇਨ 95 ਐਜ਼ ਪਾਰਟ ਆਫ ਵੋਲਿਊਮ ਐਂਟਾਈਟਲਡ ਅਮੋਰਿਟੀ ਐਂਡ ਐਪੀਥਲੇਮੀਅਨ। ਇੱਕ ਵੋਲਿਊਮ ਸੀ ਪੂਰਾ, ਉਹਦਾ ਇੱਕ ਪਾਰਟ ਸੀਗਾ ਐਪੀਥਲੇਮੀਅਨ, ਹੈ ਨਾ, ਅ ਪਬਲਿਕ ਪੋਇਟਿਕ ਸੈਲੀਬ੍ਰੇਸ਼ਨ ਆਫ ਮੈਰਿਜ, ਜਿਹਦੇ ਵਿੱਚ ਵਿਆਹ ਦੀ ਇੱਕ ਸੈਲੀਬ੍ਰੇਸ਼ਨ ਸੀਗੀ। ਉਸ ਤੋਂ ਬਾਅਦ ਦੋਸਤੋ ਪ੍ਰੋਥਲੇਮੀਅਨ। ਐਪੀਥਲੇਮੀਅਨ ਵਿਆਹ ਵਾਲੇ ਦਿਨ ਲਿਖਿਆ ਸੀ, ਪ੍ਰੋਥਲੇਮੀਅਨ 1596 ਦੇ ਵਿੱਚ। ਪ੍ਰੋਥਲੇਮੀਅਨ ਇਜ਼ ਰਿਟਨ ਇਨ ਕਨਵੈਨਸ਼ਨਲ ਫਾਰਮ ਆਫ ਮੈਰਿਜ ਸੌਂਗ। ਜੇ ਤੁਹਾਨੂੰ ਕੋਈ ਪੁੱਛੇ ਕਿ ਪ੍ਰੋਥਲੇਮੀਅਨ ਕੀ ਆ, ਪ੍ਰੋਥਲੇਮੀਅਨ ਹੈਗਾ ਜੀ ਮੈਰਿਜ ਸੌਂਗ। ਜਾਂ ਫਿਰ ਲਾਸਟ ਵਾਰ ਇੱਕ ਵਾਰ ਐਗਜ਼ਾਮ ਹੋਇਆ ਸੀ ਮਾਸਟਰ ਕੈਡਰ ਦਾ, ਉੱਥੇ ਮੈਰਿਜ ਸੌਂਗ ਤੇ ਹੀ ਜ਼ਿਆਦਾ ਸਟੂਡੈਂਟ ਇੱਕ ਫੋਕਸ ਰੱਖਦੇ ਆ, ਬਟ ਉੱਥੇ ਉਹਨਾਂ ਨੇ ਪੇਪਰ ਦੇ ਵਿੱਚ ਆਪਸ਼ਨ ਦੇਤੀ ਨਪਸ਼ਲ ਸੌਂਗ, ਨਪਸ਼ਲ NUPTIAL, ਨਪਸ਼ਲ ਸੌਂਗ, ਇਹ ਵੀ ਮੈਰਿਜ ਸੌਂਗ ਹੀ ਹੁੰਦਾ। ਤੇ ਉੱਥੇ ਕਨਫਿਊਜ਼ ਹੋ ਗਏ ਸੀ ਕਾਫੀ ਬੱਚੇ, ਕਨਫਿਊਜ਼ ਨਹੀਂ ਹੋਣਾ। Both Amorati and Epithalamion detailed the course of love during his courtship and celebrated its consummation in his marriage. So ਉਸ ਤੋਂ ਬਾਅਦ Amorati ਕਰਦੇ ਆ, ਤੁਸੀਂ ਸਮਝ ਲਿਓ ਆਪਣੇ ਆਪ। Amorati 1595 ਦੇ ਵਿੱਚ। ਇਹ ਕੀ ਹੈ ਜੀ Amorati? Sonnet cycle like describe his courtship and eventual marriage to Elizabeth Boyle। ਉਹੀ ਜਿਹੜੀ ਉੱਪਰ ਪੜ੍ਹ ਕੇ ਹਟੇ ਆਪਾਂ, ਹਨਾ। It was a part of volume entitled Amorati and Epithalamion. The volume included the sequence of 89 sonnets. ਇਸ ਵੋਲਿਊਮ ਦੇ ਵਿੱਚ ਕਿੰਨੇ Amorati and Epithalamion ਜਿਹੜਾ ਹੈਗਾ, ਇਹਦੇ ਵਿੱਚ ਕਿੰਨੇ ਸੋਨੇਟ ਸੀਗੇ? There were 89 sonnets, ਹੈ ਨਾ, ਇਹ ਵੀ ਯਾਦ ਰੱਖਣਾ ਜੀ, ਪੁੱਛਿਆ ਜਾ ਸਕਦਾ। ਉਹਨੇ ਫਿਰ ਉਸ ਤੋਂ ਬਾਅਦ ਇੱਕ ਲਿਖਿਆ ਜੀ ਪਾਸਟੋਰਲ ਐਲਜੀ, ਜਿਹਦਾ ਨਾਮ ਸੀ ਐਸਟ੍ਰੋਫਿਲ। ਧਿਆਨ ਰੱਖਣਾ ਦੋਸਤੋ, ਐਸਟ੍ਰੋਫਿਲ। ਇਹਨਾਂ ਨੇ ਪਾਸਟੋਰਲ ਐਲਜੀ ਆ, ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਪਾਸਟੋਰਲ ਐਲਜੀ ਆ ਜਾਂ ਕੀ ਆ ਇਹ, ਹੈ ਨਾ। ਤਾਂ ਐਸਟ੍ਰੋਫਿਲ ਇੱਕ ਪਾਸਟੋਰਲ ਐਲਜੀ ਆ, ਕਿਹਦੀ ਡੈਥ ਤੇ ਆ ਜੀ? ਵੋਲਰਸ ਨਾਈਟ, ਦੈਟ ਇਜ਼ ਸਰ ਫਿਲਿਪ ਸਿਡਨੀ। 1995 ਦੇ ਵਿੱਚ ਇਹ ਲਿਖੀ ਗਈ ਪਾਸਟੋਰਲ ਐਲਜੀ ਆ ਐਸਟ੍ਰੋਫਿਲ, ਤੇ ਸਰ ਫਿਲਿਪ ਸਿਡਨੀ ਦੀ ਡੈਥ ਤੇ ਇੱਕ ਐਲਜੀ ਹੈ, ਇਹ ਧਿਆਨ ਰੱਖਣਾ ਤੁਸੀਂ, ਹੈ ਨਾ। ਤੇ ਉਸ ਤੋਂ ਬਾਅਦ ਪ੍ਰੋਥਲੇਮੀਅਨ 1596 ਆਰ ਹਿਸ ਅਦਰ ਵਰਕਸ, ਇਹ ਆਪਾਂ ਪਹਿਲਾਂ ਡਿਸਕਸ ਕਰ ਹੀ ਚੁੱਕੇ ਹਾਂ। ਅੱਗੇ ਦੇਖਦੇ ਹਾਂ ਦੋਸਤੋ। ਇਹ ਗਲਤ ਹੋ ਗਿਆ, ਇਹ 1996 ਹੋਏਗਾ ਇੱਥੇ। ਸਪੈਂਸਰ ਰੋਟ ਅ ਪ੍ਰੋਜ਼ ਪੰਫਲੇਟ, ਇੱਕ ਪ੍ਰੋਜ਼ ਪੰਫਲੇਟ ਲਿਖਦੇ ਆ ਜਿਹਦਾ ਨਾਮ ਸੀ ਆ ਵਿਊ ਆਫ ਦਾ ਪ੍ਰੈਜ਼ੈਂਟ ਸਟੇਟ ਆਫ ਆਇਰਲੈਂਡ। ਆਇਰਲੈਂਡ ਦੀ ਗੱਲ ਕਿਉਂ ਹੁੰਦੀ ਆ ਬਾਰ-ਬਾਰ? ਕਿਉਂਕਿ ਉਸ ਟਾਈਮ 9 years ਵਾਰ ਚੱਲਦਾ ਸੀ, ਕਿਉਂਕਿ ਯੂਰਪ ਦੇ ਵਿੱਚ ਵੀ ਫਰਾਂਸ, ਆਪਣਾ ਇੰਗਲੈਂਡ ਹੋ ਗਿਆ, ਤੇ ਹੋਰ ਕਾਫੀ ਕੰਟਰੀ ਇੱਕ ਦੂਜੇ ਨਾਲ ਸੀਗੇ। ਫਰਾਂਸ ਤੇ ਜਿਹੜਾ ਇੰਗਲੈਂਡ ਹੈਗਾ ਉਹ ਮੇਨ ਇੱਕ ਦੂਜੇ ਦੇ ਐਨੀਮੀ ਸੀ, ਤੇ ਉੱਤੇ ਬਾਅਦ ਉੱਧਰ ਵੀ ਇੱਕ ਗਰੁੱਪ ਬਣਦਾ ਗਿਆ ਤੇ ਇੱਧਰ ਵੀ, ਤੇ ਉੱਥੇ ਲੜਾਈ ਤਕਰੀਬਨ ਚੱਲਦੀ ਹੀ ਰਹਿੰਦੀ ਸੀ। ਈਵਨ
ਇੱਕ ਤਾਂ ਮਤਲਬ 100 ਈਅਰ ਵਾਰ ਵੀ ਕਿਹਾ ਜਾਂਦਾ, ਉਹ ਬਾਅਦ ਚ 1700 ਕੁਝ ਬਾਅਦ ਦੇ ਵਿੱਚ ਲੇਟਰ ਆਨ ਆਪਾਂ ਪੜਾਂਗੇ, ਤੇ ਵੈਸੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨਹੀਂ ਹੈਗਾ। 7 ਈਅਰ ਵਾਰ ਇੱਥੇ ਥੋੜਾ ਜਿਹਾ ਆਪਾਂ ਉਹਦੀ ਡਿਟੇਲ ਤਾਂ ਦਿੱਤੀ ਹੈ ਕਿ ਪ੍ਰੈਜੈਂਟ ਜਿਹੜੀ ਹੈਗੀ ਵਿਊ ਆਫ ਦਾ ਪ੍ਰੈਜੈਂਟ ਸਟੇਟ ਆਫ ਆਇਰਲੈਂਡ ਉਹਦੇ ਬਾਰੇ ਗੱਲ ਹੋ ਰਹੀ ਆ, ਤੇ ਇੱਥੇ ਵੀ 9 ਈਅਰਸ ਵਾਰ ਲੱਗਾ ਹੋਇਆ ਸੀ, ਤਾਂ ਇਸੇ ਕਰਕੇ ਸਪੈਂਸਰ ਨੂੰ ਵੀ ਆਇਰਲੈਂਡ ਦੇ ਵਿੱਚ ਜਾ ਕੇ ਰਹਿਣਾ ਪਿਆ। ਤੇ ਆਇਰਲੈਂਡ ਦੇ ਵਿੱਚ ਕਿਉਂਕਿ ਉਹ ਇੰਗਲੈਂਡ ਦਾ ਸੀ, ਉੱਥੇ ਵੀ ਉਹਨੂੰ ਨੇਟਿਵ ਇਰਿਸ਼ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੇ ਭਜਾਤਾ ਸੀ ਉੱਥੋਂ। ਤੇ ਇਹ ਸੀਗਾ ਇਟ ਵਾਜ਼, ਕਿਉਂਕਿ ਜਿਹੜੇ ਰਾਈਟਰਸ ਹੁੰਦੇ ਆ ਨਾ ਉਸ ਟਾਈਮ ਦੇ ਸਪੈਸ਼ਲੀ ਸੀਗੇ, ਉਹ ਕੰਟਰੀ ਟੂ ਕੰਟਰੀ ਟਰੈਵਲ ਕਰਦੇ ਰਹਿੰਦੇ ਸੀ ਤਾਂ ਕਿ ਉਹਨਾਂ ਨੂੰ ਕੋਈ ਵਧੀਆ ਕੰਮ ਮਿਲ ਜਾਵੇ। ਇਟ ਵਾਜ਼ written in dialogue form, the view of the present state of Ireland ਕਿਹੜੀ ਫਾਰਮ ਦੇ ਵਿੱਚ ਸੀ, ਇਹ ਤੁਸੀਂ ਯਾਦ ਰੱਖੋਗੇ, dialogue form ਦੇ ਵਿੱਚ। From the standpoint of the Anglo-Irish Chronicles, the pamphlet argued that the Ireland pamphlet ਜਿਹੜਾ ਸੀਗਾ the view of the present state of Ireland, ਇਹ ਆਰਗਿਊ ਕਰਦਾ, ਕੀ ਆਰਗਿਊ ਕਰਦਾ, that Ireland ਜਿਹੜਾ ਦੇਸ਼ ਹੈਗਾ never be totally pacified, ਉਹਨੂੰ ਅਸੀਂ ਨਸ਼ਟ ਨਹੀਂ ਕਰ ਸਕਦੇ। ਇੰਗਲੈਂਡ ਵੱਲੋਂ ਬੋਲ ਰਿਹਾ, ਮੀਨਸ ਉਸ ਆਪਣੇ ਪੰਫਲੇਟ ਦੇ ਵਿੱਚ, ਬਾਏ ਦਾ ਇੰਗਲਿਸ਼ ਅੰਟਿਲ ਇਟਸ ਇੰਡੀਜੀਨੀਅਸ ਲੈਂਗੁਏਜ, ਜਿੰਨਾ ਚਿਰ ਇਹਨਾਂ ਦੀ ਭਾਸ਼ਾ ਨਹੀਂ ਖਤਮ ਕਰਦੇ, ਐਂਡ ਕਸਟਮਸ, ਤੇ ਇਹਨਾਂ ਦੇ ਰੀਤੀ ਰਿਵਾਜ ਨੂੰ ਪ੍ਰੋਪਰ ਡਿਸਟਰੋਏ ਨਹੀਂ ਕਰਦੇ, ਇਫ ਨੈਸੈਸਰੀ ਬਾਏ ਦਾ ਵਾਇਲੈਂਸ। ਜਿਵੇਂ ਇੰਡੀਆ ਦੇ ਵਿੱਚ ਵੀ ਅੰਗਰੇਜ਼ਾਂ ਨੇ ਇਹੀ ਨੀਤੀ ਅਪਣਾਈ ਸੀ, ਇੱਥੋਂ ਦੀ ਭਾਸ਼ਾ ਖਤਮ ਕੀਤੀ, ਜਿਹਨੂੰ ਆਪਾਂ ਹੁਣ ਤੱਕ ਭੋਗ ਰਹੇ ਹਾਂ ਹਨਾ। ਬਟ ਦ ਮੈਟਰ ਇਜ਼ ਕਿ ਇੰਗਲਿਸ਼ ਇਜ਼ ਵਿੰਡੋ ਟੂ ਵਰਲਡ, ਆਪਾਂ ਕਾਫੀ ਚੀਜ਼ਾਂ ਆਪਾਂ ਛੱਡ ਵੀ ਰਹੇ ਹਾਂ, ਅਪਣਾ ਵੀ ਰਹੇ ਹਾਂ ਹਨਾ। ਸੋ 2 years later, 2 ਸਾਲ ਬਾਅਦ, in September 1598, Spencer was appointed sheriff of Cork, but his tenure was short-lived. ਇਹ ਤੁਸੀਂ ਪੜ੍ਹ ਲਿਓ ਆਪਣੇ ਹਿਸਾਬ ਨਾਲ। He was driven from his home by native Irish forces during the 9 years war, ਆ 9 year war ਵਾਲੀ ਕਹਾਣੀ ਸਾਹਮਣੇ ਆ ਗਈ ਆ। He took up lodging in King's Street, ਉੱਥੇ ਰਹਿਣ ਲੱਗਿਆ ਇਹ। It was here that he died in January 1599, January 1599 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਦੋਸਤੋ। And buried beside Chaucer in the Poets Corner in Westminster Abbey, ਇਹਨਾਂ ਨੂੰ ਦਫਨਾਇਆ ਕਿੱਥੇ ਜਾਂਦਾ, ਕਿਉਂਕਿ ਉਸ ਸਦੀ ਦੇ ਉਸ ਟਾਈਮ ਦੇ ਬਹੁਤ ਵੱਡੇ ਰਾਈਟਰ ਹੋਏ ਆ, ਤੇ ਚੌਸਰ ਵੀ ਉਸ ਟਾਈਮ ਤੋਂ ਪਹਿਲਾਂ ਦੇ ਜਿਹੜੇ ਹੈਗੇ ਆ ਬਹੁਤ ਹੀ ਕਹਿ ਸਕਦੇ ਆ ਕਿ ਬਹੁਤ ਹੀ ਵੈਲ ਨੋਨ ਆਥਰ ਸੀਗੇ, ਤੇ ਉਹਨਾਂ ਦੀ ਕਵਰ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਹੈਗਾ ਦਫਨਾਇਆ ਗਿਆ ਵੈਸਟਮਿਨਸਟਰ ਐਵੇ ਦੇ ਵਿੱਚ ਹੈ ਨਾ, ਪੋਇਟਸ ਕਾਰਨਰ ਦੇ ਵਿੱਚ। ਉਸ ਤੋਂ ਬਾਅਦ ਦੋਸਤੋ ਆਪਾਂ ਦੇਖਦੇ ਹਾਂ ਕਿ ਫੇਰੀ ਕੁਈਨ, ਇਹਨਾਂ ਦਾ ਮੋਸਟ ਫੇਮਸ ਵਰਕ ਆ, ਤੇ ਇਹ ਚੋਂ ਕੁਐਸਚਨ ਇੱਕ ਨਹੀਂ 2-3 ਵੀ ਪੁੱਛੇ ਜਾਂਦੇ ਆ ਕਈ ਵਾਰ ਹੈ ਨਾ। ਤਾਂ ਇਹਨੂੰ ਇਨਕੰਪਲੀਟ ਇੰਗਲਿਸ਼ ਐਪਿਕ, ਸਭ ਤੋਂ ਇਹ ਸਿੰਪਲ ਜਿਹੇ ਕੁਐਸਚਨ ਆਉਂਦੇ ਆ ਇੰਗਲਿਸ਼ 'ਚ, ਕੋਈ ਬਹੁਤ ਟੇਢੇ ਮੇਢੇ ਜਾਂ ਕੰਪਲੀਕੇਟਡ ਕੁਐਸਚਨ ਨਹੀਂ ਹੁੰਦੇ। ਤੇ ਫੇਰੀ ਕੁਈਨ ਕੀ ਆ ਜੀ, ਕਹਿਣਗੇ ਤੁਹਾਨੂੰ ਵੱਖਰੇ ਵੱਖਰੇ ਆਪਸ਼ਨ ਦੇ ਕੇ, ਤੁਸੀਂ ਲਿਖੋਗੇ ਇਨਕੰਪਲੀਟ ਇੰਗਲਿਸ਼ ਐਪਿਕ, ਠੀਕ ਹੈ ਜੀ। ਤੇ ਐਂਡ ਐਨ ਐਲੀਗੋਰੀਕਲ ਪੋਇਮ, ਸਭ ਤੋਂ ਇੰਪੋਰਟੈਂਟ ਆ ਆਉਂਦਾ ਹੁੰਦਾ ਐਲੀਗੋਰੀਕਲ ਪੋਇਮ, ਇਹਨੂੰ ਆਪਣੇ ਆਪਣੇ ਪ੍ਰੋਨਾਂਸੀਏਸ਼ਨ ਦੇ ਹਿਸਾਬ ਨਾਲ ਦੇਖ ਲਿਓ ਜੀ। ਐਲੈਗਰੀਕਲ ਕਹਿੰਦੇ ਆ ਕਿ, ਐਲੋਗੋਰੀਕਲ ਕਹਿੰਦੇ ਆ ਕਿ, ਹੈ ਨਾ, ਬਾਈ ਐਡਮੰਡ ਸਪੈਂਸਰ। 2 ਕੁਐਸਚਨ ਬਣ ਗਏ ਦੇਖੋ ਇੱਥੋਂ ਹੀ, ਇੱਕ ਤਾਂ ਇਨਕੰਪਲੀਟ ਹੈਗੀ ਆ ਤੇ ਦੂਜੀ ਐਲੈਗਰੀਕਲ ਹੈਗੀ ਆ। ਫਸਟ 3 books of the poem were published in 1590, 1590 ਦੇ ਵਿੱਚ ਪਹਿਲੀਆਂ 3 books ਇਹਦੀਆਂ ਛਪਦੀਆਂ ਨੇ। ਇੱਕ ਚੀਜ਼ ਮੈਂ ਪਹਿਲਾਂ ਹੀ ਦੋਸਤੋ ਦੱਸ ਦਿਆਂ ਤੁਹਾਨੂੰ, ਇਸ ਦਾ ਫੇਰੀ ਕੁਈਨ ਦੀਆਂ ਟੋਟਲ 24 books, ਕਿਤੇ ਕਿਤੇ ਕਨਫਿਊਜ਼ਨ ਆ ਕਿ 12 ਸੋਚੀਆਂ ਸੀ ਜਾਂ 24। ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਐਡਮੰਡ ਸਪੈਂਸਰ ਨੇ ਪਲਾਨ ਕੀਤਾ ਸੀਗਾ ਕਿ ਮੈਂ ਇਹਦੀਆਂ 24 books ਜਿਹੜਾ ਹੈਗਾ ਲਿਖੂੰਗਾ ਹੈ ਨਾ, 12 ਨਹੀਂ ਆ, ਭੁੱਲ ਨਾ ਜਾਇਓ, 24 books ਸੋਚਿਆ ਸੀ ਹੈ ਨਾ। ਪਹਿਲੀਆਂ 3 books 1590 ਦੇ ਵਿੱਚ ਇਹਦੀਆਂ ਪਬਲਿਸ਼ ਹੋ ਗਈਆਂ ਸੀ। ਕੁਐਸਚਨ ਬਣੂਗਾ ਸਿੱਧਾ ਸਿੱਧਾ, ਫੇਰੀ ਕੁਈਨ ਦੀਆਂ ਪਹਿਲੀਆਂ 3 books ਕਦੋਂ ਪਬਲਿਸ਼ ਹੋਈਆਂ, 1590 ਦੇ ਵਿੱਚ। ਫੇਰੀ ਕੁਈਨ ਦਾ ਚੌਥੀ, ਪੰਜਵੀਂ, ਛੇਵੀਂ ਜਾਂ ਪੂਰਾ ਵੋਲਿਊਮ 6 books ਦਾ ਕਦੋਂ ਪਬਲਿਸ਼ ਹੋਇਆ, 1596 ਚ, 6 ਸਾਲ ਬਾਅਦ ਹੈ ਨਾ। ਐਂਡ ਲਾਸਟ 3 books were published in 1596, ਲਾਸਟ 3 ਹੀ ਨਹੀਂ ਬਲਕਿ ਪਹਿਲੀਆਂ 3 ਵੀ ਵਿੱਚ ਜੋੜ ਕੇ ਪੂਰਾ ਇੱਕ ਵੋਲਿਊਮ ਤਿਆਰ ਕੀਤਾ ਸੀ ਹੈ ਨਾ। ਸਪੈਂਸਰ originally planned to write 24 books, ਆ ਗਿਆ ਦੇਖੋ ਜੀ, ਕਈ ਜਗ੍ਹਾ 12 ਲਿਖਿਆ ਹੁੰਦਾ, 12 ਨਹੀਂ ਹੈ 24 ਨੇ ਹੈ ਨਾ, but could only complete 6। ਤੇ ਇਹ ਵੀ ਕੁਐਸਚਨ ਆ ਜਾਂਦਾ ਕਿੰਨੀ, ਉਹ ਲਿਖੂਗਾ ਤੁਹਾਨੂੰ ਕਿ 24 books ਪਲਾਨ ਕੀਤੀਆਂ ਸੀ, ਉਹ ਚੋਂ ਕਿੰਨੀਆਂ books ਉਹ
ਲਿਖ ਸਕੇ ਜਾਂ ਪੂਰੀਆਂ ਕਰ ਸਕੇ। ਆਪਾਂ ਲਿਖਾਂਗੇ 6 ਬੁੱਕਸ ਹੈ ਨਾ। ਸਪੈਂਸਰਸ ਇਮੀਡੀਏਟ ਮਾਡਲ ਫॉर द बुक वाज ਅਰਿਸਟੋਜ਼ ਔਰਲੈਂਡੋ ਫਿਊਰੀਓਸੋ। ਇਹਦੀ ਪ੍ਰੋਨਾਂਸੀਏਸ਼ਨ ਆਪਣੇ ਆਪ ਦੇਖ ਲਿਓ, ਅਰਿਸਟੋਜ਼ ਔਰਲੈਂਡੋ ਫਿਊਰੀਓਸੋ। ਇਸ ਬੁੱਕ ਤੋਂ ਇਨਸਪਾਇਰ ਹੋ ਕੇ ਇਹਨਾਂ ਨੇ ਦ ਫੇਰੀ ਕੁਈਨ ਲਿਖੀ ਸੀ। ਦ ਬੁੱਕ ਕੰਟੇਨਸ ਅ ਪ੍ਰੀਫੇਸ, ਇਹਦੇ ਵਿੱਚ ਇੱਕ ਪ੍ਰੀਫੇਸ ਆ, ਧਿਆਨ ਰੱਖਿਓ, ਵਿਚ ਇਜ਼ ਐਕਚੁਅਲੀ ਅ ਲੈਟਰ ਰਿਟਨ ਬਾय ਸਪੈਂਸਰ ਟੂ ਵਾਲਟਰ ਰੈਲੇ। ਵਾਲਟਰ ਰੈਲੇ ਕੌਣ ਨੇ ਜੀ? ਹੁਣ ਉਹੀ ਜਿਨ੍ਹਾਂ ਦੀ ਸਪੋਰਟ ਨਾਲ ਮਹਾਰਾਣੀ ਐਲਿਜ਼ਾਬੈਥ ਤੱਕ ਇਹਨਾਂ ਨੇ ਪਹੁੰਚ ਕੀਤੀ ਸੀ ਕਿ ਮੈਂ ਬੁੱਕ ਉਹਨਾਂ ਨੂੰ ਸੁਣਾਉਣੀ ਆ, ਹੈ ਨਾ। ਤਾਂ ਉਹੀ ਨੇ ਜੀ ਵਾਲਟਰ ਰੈਲੇ। ਬੁੱਕ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਪ੍ਰੀਫੇਸ ਲਿਖਿਆ, ਜਿਹੜਾ ਕਿ ਇੱਕ ਲੈਟਰ ਦਾ ਰੂਪ ਆ। ਤੁਹਾਨੂੰ ਪੁੱਛਿਆ ਜਾ ਸਕਦਾ ਕਿ ਪ੍ਰੀਫੇਸ ਲਿਖਿਆ ਜਾਂ ਲੈਟਰ, ਉਹ ਮਤਲਬ ਕਿਹਨੂੰ ਲਿਖਿਆ? ਵਾਲਟਰ ਰੈਲੇ ਸਾਹਿਬ ਨੂੰ ਲਿਖਿਆ। ਦਿਸ ਲੈਟਰ ਆਊਟਲਾਈਨਸ ਪਲਾਨਸ ਆਫ, ਇਹ 'ਚ ਲਿਖਿਆ ਹੋਇਆ ਰੈਲੇ ਸਾਹਿਬ ਨੂੰ ਸੰਬੋਧਨ ਕਰਕੇ ਕਿ 24 ਬੁੱਕਸ ਦਾ ਪਲਾਨ ਮੈਂ ਕੀਤਾ। 12 books based on 12 private virtues and 12 books based on King Arthur displaying 12 public virtues। ਇਸ ਤੋਂ ਬਾਅਦ ਇਹ ਬਹੁਤਾ ਇੰਪੋਰਟੈਂਟ ਨਹੀਂ ਹੈ ਕੋਈ। In his letter to Sir Walter Raleigh, Spencer stated that the Fairy Queen was supposed to be a cursive book। ਇਹਨੂੰ ਕਰਸੀ ਜਾਂ ਕਰਟਸੀ ਵੀ ਕਹਿੰਦੇ ਆ ਕਈ। ਸੋ ਇਹ ਗੱਲ ਧਿਆਨ ਰੱਖਣੀ ਹੈ ਜੀ, ਕੋਈ ਪੇਪਰ 'ਚ ਕੁਐਸਚਨ 2-3 ਵਾਰ ਆਇਆ ਹੋਇਆ। ਸਪੈਂਸਰ ਨੇ ਲੈਟਰ ਦੇ ਵਿੱਚ ਕੀ ਕਿਹਾ ਸੀ, ਮੈਂ ਕਿੱਦਾਂ ਦੀ ਬੁੱਕ ਆ ਇਹ? ਕਰਸੀ ਬੁੱਕ ਜਾਂ ਕਰਟਸੀ ਬੁੱਕ, ਹੈ ਨਾ। ਇਹ ਤੁਹਾਨੂੰ ਕੁਐਸਚਨ ਮਿਲ ਸਕਦਾ ਦੇਖਣ ਨੂੰ। ਨੈਕਸਟ ਹੈ ਜੀ, ਹੀ ਇੰਟੈਂਡਡ ਟੂ ਟੀਚ ਹਿਜ਼ ਲਰਨਡ ਰੀਡਰ ਐਂਡ ਦ ਪੀਪਲ ਆਫ ਵਰਚੂਜ਼ ਆਫ ਅ ਪਰਫੈਕਟ gentleman through its moral, religious and politico-historical allegories behind the delightful romantic story। Next है जी, he stated that the general end of the entire book is to fashion। ਜਿਹੜਾ ਬੁੱਕ ਦਾ ਇੱਕ ਕਨਕਲੂਜਨ ਨਿਕਲਦਾ, ਇੱਕ ਜਨਰਲ ਐਂਡ ਆ, ਉਹ ਹੈਗਾ ਜੀ to fashion a gentleman or noble person in virtuous discipline। ਇਹ ਸਿੱਧਾ ਸਿੱਧਾ ਕੁਐਸਚਨ ਇਦਾਂ ਦਾ ਹੀ ਐਜ ਇਟ ਇਜ਼ ਇੱਥੋਂ ਲੈ ਕੇ to fashion ਤੋਂ ਲੈ ਕੇ ਡਿਸਪਲਿਨ ਤੱਕ ਪੇਪਰ ਦੇ ਵਿੱਚ 2 ਵਾਰ ਆਇਆ ਹੋਇਆ ਜੀ, ਮਾਸਟਰ ਕੈਡਰ ਤੇ ਲੈਕਚਰਰ ਦੇ ਵਿੱਚ। ਤਾਂ ਜਨਰਲ ਐਂਡ ਕੀ ਹੈ ਬੁੱਕ ਦਾ, ਇਹ ਤੁਸੀਂ ਲਿਖ ਦੋਗੇ ਨਾਲ ਦੀ ਨਾਲ। ਨੈਕਸਟ, ਦ ਫੇਰੀ ਕੁਈਨ ਟੈਲਸ ਦ ਸਟੋਰੀਜ਼ ਆਫ ਸੈਵਰਲ ਨਾਈਟਸ। ਜੁਝਾਰੂ ਜਿਹੜੇ ਵਾਰੀਅਰ ਹੁੰਦੇ ਆ, ਈਚ ਰੀਪ੍ਰਜੈਂਟਿੰਗ ਅ ਪਰਟੀਕੂਲਰ ਵਿਰਚੂ, ਇੱਕ ਵਰਚੂ ਰੀਪ੍ਰਜੈਂਟ ਕਰਦਾ ਪਰਟੀਕੂਲਰ ਬੰਦਾ। ਔਨ ਦੇਅਰ ਕੁਐਸਟ ਫॉर ਦ ਫੇਰੀ ਕੁਈਨ ਗਲੋਰੀਆਨਾ। ਜੇ ਤੁਹਾਨੂੰ ਕੋਈ ਕਹੇ ਕਿ ਓਵਰਆਲ ਹੀਰੋਇਨ ਕਿਹੜੀ ਆ, ਹਨਾ, ਓਵਰਆਲ ਹੀਰੋਇਨ ਕੌਣ ਆ, ਤਾਂ ਤੁਸੀਂ ਕਹੋਗੇ ਦ ਫੇਰੀ ਕੁਈਨ ਦੀ ਓਵਰਆਲ ਹੀਰੋਇਨ। ਇਹ ਵੀ ਪੇਪਰ 'ਚ ਕੁਐਸਚਨ ਆਉਂਦਾ ਤੇ ਆਇਆ ਹੋਇਆ, ਸਿੱਧੇ ਕੁਐਸਚਨ ਆਉਂਦੇ ਆ ਜੀ, ਗਲੋਰੀਆਨਾ। ਜੇ ਤੁਹਾਨੂੰ ਕਹਿਣਗੇ ਉਹ ਵੀ ਕਿਹਨੂੰ ਡੈਡੀਕੇਟ ਕੀਤੀ ਸੀ? ਕੁਈਨ ਐਲਿਜ਼ਾਬੈਥ I ਨੂੰ, ਹੈ ਨਾ। ਸੋ ਦ 6 ਨਾਈਟਸ ਹੂਜ਼ ਸਟੋਰੀਜ਼ ਆਰ ਕੰਟੇਨਡ ਇਨ ਦਿਸ ਬੁੱਕ। 6 ਨਾਈਟ ਸੀਗੇ, ਜਿਵੇਂ ਆਪਾਂ ਉੱਪਰ ਗੱਲ ਕੀਤੀ ਨਾ। 12 ਜਿਹੜਾ ਹੈਗਾ ਪ੍ਰਾਈਵੇਟ ਵਰਚੂਜ਼ ਜਾਂ ਨਾਈਟਸ ਨੂੰ ਡੈਡੀਕੇਟ ਸੀਗੀਆਂ, ਤੇ 12 ਕਿੰਗ ਆਰਥਰ ਜਾਂ ਫਿਰ 12 ਪਬਲਿਕ ਵਰਚੂਜ਼ ਨੂੰ ਡੈਡੀਕੇਟ ਸੀ। The 6 knights whose stories are contained in this book represent virtues of holiness, temperance, chastity, friendship, courtesy and ਇੱਕ ਰਹਿ ਗਈ ਹੈ ਜੀ, 6 ਸੀਗੀਆਂ ਨਾ, 6 ਸੀਗੀਆਂ, justice। 6 ਤਰ੍ਹਾਂ ਦੀ ਜਿਹੜੀ ਹੈਗੀਆਂ ਵਰਚੂਜ਼ ਨੂੰ ਰਿਪਰੈਜ਼ੈਂਟ ਕਰਦਾ ਦੋਸਤੋ। ਸੋ ਅੱਗੇ ਲਿਖਿਆ ਹੋਇਆ ਕਿ ਰੈੱਡ ਕ੍ਰਾਸ ਨਾਈਟ ਆ ਜਿਹੜਾ ਬੁੱਕ 1 ਦੇ ਵਿੱਚ, ਉਹਦਾ ਜ਼ਿਕਰ ਕੀਤਾ ਰੈੱਡ ਕ੍ਰਾਸ ਨਾਈਟ ਦਾ। ਉਹ ਕੀ ਕਰਦਾ ਜੀ? ਰਿਪਰੈਜ਼ੈਂਟ ਕਰਦਾ ਹੋਲੀਨੈਸ ਨੂੰ। ਇਹ 5-6 ਜਿੰਨੇ ਵੀ ਇਹ ਬੁੱਕਸ ਹੈਗੀਆਂ, ਇਹਨਾਂ ਦਾ ਕਿਹੜਾ ਨਾਈਟ ਸੀਗਾ, ਕਿਹੜੀ ਬੁੱਕ ਦੇ ਵਿੱਚ ਕਿਹੜੇ ਨਾਈਟ ਦੀ ਗੱਲ ਕੀਤੀ ਗਈ ਆ ਤੇ ਕਿਹਨੂੰ ਰਿਪਰੈਜ਼ੈਂਟ ਕਰਦਾ ਉਹ, ਇਹ ਇੱਕ ਤਰ੍ਹਾਂ ਨਾਲ ਪੂਰਾ ਯਾਦ ਕਰ ਲਿਓ। ਇਹਦੇ ਵਿੱਚੋਂ ਹੀ ਕੁਐਸਚਨ ਬਣਦਾ ਤੇ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਜੀ ਤੁਸੀਂ। ਸਰ ਗਿਓਨ ਇਨ ਬੁੱਕ 2 ਰਿਪਰੈਜ਼ੈਂਟ ਟੈਂਪਰੈਂਸ, ਟੈਂਪਰੈਂਸ ਨੂੰ ਇਹ ਰਿਪਰੈਜ਼ੈਂਟ ਕਰਦੇ ਆ। ਵਰਜਿਨ ਬ੍ਰਿਟੋਮਾਰਟ ਇਨ ਬੁੱਕ 3 ਰਿਪਰੈਜ਼ੈਂਟ ਚੈਸਟਿਟੀ। ਦੇਖੋ ਸਿੱਧਾ ਕੁਐਸਚਨ ਪੁੱਛੇਗਾ ਤੁਹਾਨੂੰ, ਰੈੱਡ ਕ੍ਰਾਸ ਨਾਈਟ ਦੀ ਜਿਹੜੀ ਗੱਲ ਆ ਕਿਹੜੀ ਬੁੱਕ ਦੇ ਵਿੱਚ ਕੀਤੀ ਗਈ ਆ, ਜਾਂ ਬੁੱਕ 1 ਵਿੱਚ ਕਿਹਦੀ ਨਾਈਟ, ਕਿਹੜੇ ਨਾਈਟ ਦੀ ਜਾਂ ਕਿਹਦੀ ਗੱਲ ਕੀਤੀ ਗਈ ਆ, ਜਾਂ ਫਿਰ ਬੁੱਕ 1 ਵਿੱਚ ਰੈੱਡ ਕ੍ਰਾਸ ਨਾਈਟ ਦੀ ਗੱਲ ਕੀਤੀ ਗਈ ਆ ਤੇ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ, ਜਾਂ ਫਿਰ ਹੋਲੀਨੈਸ ਕਿਹਨੂੰ ਰਿਪਰੈਜ਼ੈਂਟ ਕਰਦੀ ਆ। ਕੁਐਸਚਨ ਬਸ ਸ਼ਫਲਿੰਗ ਆ ਇਹਨਾਂ ਦੀ, ਹੈ ਨਾ। ਸੋ ਕੈਂਬਲ ਐਂਡ ਟੈਲਾਮੰਡ ਬੁੱਕ 4 ਦੇ ਵਿੱਚ ਰਿਪਰੈਜ਼ੈਂਟ ਕਿਹਨੂੰ ਕਰਦਾ? ਮੇਲ ਫਰੈਂਡਸ਼ਿਪ ਨੂੰ। ਸਰ ਆਰਟੇਗਲ ਬੁੱਕ 5 ਦੇ ਵਿੱਚ ਕਿਹਨੂੰ ਰਿਪਰੈਜ਼ੈਂਟ ਕਰਦਾ? ਜਸਟਿਸ ਨੂੰ। ਸਰ ਕੈਲੀਡੇਅਰ ਲਾਸਟ ਜਿਹੜੀ 6ਵੀਂ ਬੁੱਕ ਆ ਕਿਹਨੂੰ ਰਿਪਰੈਜ਼ੈਂਟ ਕਰਦਾ ਜੀ? ਕਰਟਸੀ ਨੂੰ।
For Fairy Queen, Spenser originated a 9-line verse stanza now known as the Spenserian stanza। ਇੱਕ ਸਪੈਂਜੇਰੀਅਨ ਸਟੈਂਜਾ ਦੀ ਖੋਜ ਵੀ ਇਹਨਾਂ ਨੇ ਕੀਤੀ ਸੀਗੀ ਹੈ ਨਾ, ਸਪੈਂਸਰ ਸਾਹਿਬ ਨੇ, ਜਿਹਨੂੰ ਕਿ ਅੱਜ ਕੱਲ੍ਹ ਸਪੈਂਜੇਰੀਅਨ ਸਟੈਂਜਾ ਦੇ ਨਾਂ ਤੋਂ ਆਪਾਂ ਜਾਣਦੇ ਹਾਂ। ਤੇ ਫੇਰੀ ਕੁਈਨ ਦੇ ਵਿੱਚ ਪਹਿਲੀ ਵਾਰ 9 ਲਾਈਨ ਵਰਸ ਸਟੈਂਜਾ ਦੀ ਵਰਤੋਂ ਕੀਤੀ ਲਿਖਣ ਲੱਗੇ ਆ। ਤੇ ਫਸਟ 8 ਲਾਈਨਸ ਆਰ ਇਆੰਬਿਕ ਪੈਂਟਾਮੀਟਰ ਐਂਡ 9th ਲਾਈਨ ਆ ਜਿਹੜੀ ਇਆੰਬਿਕ ਹੈਗਜ਼ਾਮੈਲੂ। ਸੋ ਰਾਈਮ ਸਕੀਮ ਕੀ ਹੈ ਇਹਨਾਂ ਦੀ, ਇਹ ਜ਼ਰੂਰ ਪੇਪਰ 'ਚ ਆਉਂਦੀ ਹੁੰਦੀ ਹੈ ਜੀ, ਹੈ ਨਾ। ਤੇ ਇਹ ਪੇਪਰ 'ਚ ਆਉਣ ਵਾਲਾ ਕੁਐਸਚਨ ਆ ਰਾਈਮ ਸਕੀਮ। ਸੋ ਇਹ ਹੈਗੀ ਆ ਜੀ ਏ ਬੀ ਬੀ ਸੀ ਹੈ ਨਾ। 9ਵੀਂ ਲਾਈਨ ਆ ਜਿਹੜੀ ਇਆੰਬਿਕ ਹੈਗਜ਼ਾਮੈਲੂ ਆ, ਹੈ ਨਾ, ਇਹ ਧਿਆਨ ਰੱਖਣਾ ਤੁਸੀਂ। ਇਸ ਤੋਂ ਬਾਅਦ ਲਾਸਟ ਦੇ ਵਿੱਚ ਵਰਕ ਲਿਸਟ ਆ ਜੀ, ਇਹਨਾਂ ਨੇ ਕਿਹੜੇ ਕਿਹੜੇ ਵਰਕ ਲਿਖੇ, ਇੱਕ ਵਾਰ ਰਿਮਾਈਂਡਰ ਹੀ ਆ। ਤੇ ਵੈਸੇ MCQs ਤਾਂ ਆਪਾਂ ਬਾਅਦ ਚ ਕਰਾਂਗੇ, ਪਹਿਲਾਂ 72 ਰਾਈਟਰ ਦੀ ਬਾਇਓਗ੍ਰਾਫੀ ਵਗੈਰਾ ਕਰਾਂਗੇ ਤੇ ਕਿਹੜੇ ਕਿਹੜੇ ਵਰਕ ਲਿਖੇ ਥੋੜਾ ਬਹੁਤਾ ਹਲਕਾ ਫੁਲਕਾ ਡਿਸਕਸ ਕਰਾਂਗੇ। ਉਸ ਤੋਂ ਬਾਅਦ ਬਿਲਕੁਲ 72 ਰਾਈਟਰ ਦੀ ਬਾਇਓਗ੍ਰਾਫੀ ਖਤਮ ਹੋ ਗਈ ਤਾਂ ਆਪਾਂ ਨੈਕਸਟ ਉਹਦੇ ਵਿੱਚ ਫਿਰ ਇਹਨਾਂ ਦੇ ਜਿੰਨੇ ਵੀ ਇਹਨਾਂ ਨਾਲ ਰਿਲੇਟਡ MCQs ਨੇ ਉਹਨਾਂ ਦੀ ਸੀਰੀਜ਼ ਆਪਾਂ ਬਾਅਦ ਚ ਸ਼ੁਰੂ ਕਰਾਂਗੇ ਦੋਸਤੋ। The Shepherd's Calendar published under pseudonym Immerito 1579 ਦੇ ਵਿੱਚ। ਸ਼ੈਫਰਡਸ ਕੈਲੰਡਰ ਨੂੰ ਕਿਹੜੇ ਨਾਮ ਹੇਠ ਪਬਲਿਸ਼ ਕੀਤਾ? ਇਮੈਰਿਟੋ, ਯਾਦ ਰੱਖਿਓ IMMER, ਇਮੈਰਿਟੋ ਨਾਮ ਦੇ ਹੇਠਾਂ ਉਹਨਾਂ ਨੇ ਪਬਲਿਸ਼ ਕੀਤਾ 1579 ਦੇ ਵਿੱਚ। entered into the stationers register in December 1590, 1590 ਦੇ ਵਿੱਚ ਸਟੇਸ਼ਨਰਸ ਰਜਿਸਟਰ ਦੇ ਵਿੱਚ ਐਂਟਰ ਹੁੰਦਾ ਇਹ ਵਰਕ, ਹੈ ਨਾ। ਨੈਕਸਟ ਹੈਗਾ ਦੋਸਤੋ ਦ ਫੇਰੀ ਕੁਈਨ। ਪਹਿਲੀਆਂ 3 ਬੁੱਕਸ ਜਿਹੜੀਆਂ ਹੈਗੀਆਂ 1590 ਦੇ ਵਿੱਚ, ਇਹਨੂੰ ਸਹੀ ਕਰ ਲਿਓ, 1590 ਦੇ ਵਿੱਚ ਪਬਲਿਸ਼ ਹੁੰਦੀਆਂ। ਫਿਰ ਇੱਕ ਕੰਪਲੇਂਟਸ ਲਿਖੀਆਂ ਸੀ ਇਹਨਾਂ ਨੇ, ਸਪੈਂਸਰ ਸਾਹਿਬ ਨੇ, ਕੰਟੇਨਿੰਗ ਸਨਰੀ ਸਮਾਲ ਪੋਇਮਸ ਸੀਗੀਆਂ ਉਹਦੇ ਵਿੱਚ, ਹੈ ਨਾ। ਤੇ ਕਿਹੜੀਆਂ ਕਿਹੜੀਆਂ ਸੀ, ਬਸ ਇੱਕ ਇਹਨਾਂ ਚੋਂ ਕੁਐਸਚਨ ਪ੍ਰੋਬੇਬਲੀ ਨਹੀਂ ਆਉਂਦਾ ਹੁੰਦਾ, ਫਿਰ ਵੀ ਤੁਸੀਂ ਆ ਜਿਹੜੇ ਨੇਮ ਹੈਗੇ ਆ, ਦ ਰੂਇਨਸ ਆਫ ਟਾਈਮ, ਦ ਟੀਅਰਸ ਆਫ ਦ ਮਿਊਜ਼ਿਸ, ਇਹਨਾਂ ਨੂੰ ਇੱਕ ਵਾਰ ਬਿਲਕੁਲ ਯਾਦ ਰੱਖਣਾ ਦਿਮਾਗ 'ਚ। ਵਰਜਿਲਸ ਨੈਟ, ਪ੍ਰੋਸੋਪੋਪੀਆ ਔਰ ਮਦਰ ਹਵਰਡਸ ਟੇਲ, ਉਹੀ ਜਿਹਦੇ ਵਿੱਚ ਲੈਂਪੋਨ ਕੀਤਾ ਸੀ ਕਿਹਨੂੰ, ਲਾਰਡ ਬਰਗਲੇ ਨੂੰ, ਹੈ ਨਾ। ਪ੍ਰੋਸੋਪੋਪੀਆ ਜਾਂ ਇਹਦਾ ਨਾਮ ਆ ਮਦਰ ਹਵਰਡਸ ਟੇਲ। ਇਹ ਵੀ ਪੁੱਛਿਆ ਜਾ ਸਕਦਾ ਕਿ ਪ੍ਰੋਸੋਪੋਪੀਆ ਦਾ ਦੂਜਾ ਨਾਮ ਜਾਂ ਮਦਰ ਹਵਰਡਸ ਟੇਲ ਦਾ ਦੂਜਾ ਨਾਮ ਕੀ ਆ, ਇਹ ਆ। ਦ ਰੂਇਨਸ ਆਫ ਦ ਰੋਮ Mesopotamus or the fate of the butterfly, vision of the world vanities, the vision of Bali, the vision of Petrarch। ਇਸ ਤਰ੍ਹਾਂ ਦੀਆਂ ਪੋਇਮਸ ਹੈਗੀਆਂ, ਥੋੜਾ ਜਿਹਾ ਦਿਮਾਗ 'ਚ ਰੱਖ ਲਿਓ, ਪਰ ਇਹ 'ਚ ਕੁਐਸਚਨ ਨਹੀਂ ਆਉਂਦਾ, ਜ਼ਿਆਦਾਤਰ ਇਹੀ ਚਾਂਸਸ ਹੁੰਦੇ ਆ। ਉਹਨੇ ਫਿਰ ਨੈਕਸਟ ਆਪਾਂ ਦੇਖਦੇ ਹਾਂ ਡੈਫਨਾਈਡਾ, ਇੱਕ ਐਲਜੀ ਲਿਖੀ ਜਿਹਦਾ ਨਾਮ ਸੀ ਡੈਫਨਾਈਡਾ, ਅਪੋਨ ਦ ਡੈਥ ਆਫ ਦ ਨੋਬਲ ਐਂਡ ਵਰਚੁਅਸ ਡਗਲਸ ਹੌਬਰਡ। ਇਹ ਕੁਐਸਚਨ ਆਇਆ ਨਹੀਂ, ਆਉਣਾ ਚਾਹੀਦਾ, ਪਰ ਮੇਰੇ ਖਿਆਲ 'ਚ ਡੈਫਨਾਈਡਾ ਆ ਸਕਦਾ, ਨਵੇਂ ਕੁਐਸਚਨ ਤੇ ਧਿਆਨ ਰੱਖਣਾ ਚਾਹੀਦਾ। ਡਗਲਸ ਹੌਵਰਡ ਦੀ ਡੈਥ ਦੇ ਉੱਪਰ ਐਲਜੀ ਲਿਖੀ ਕਿੰਨੇ, ਐਡਮੰਡ ਸਪੈਂਸਰ ਸਾਹਿਬ ਨੇ। ਉਸ ਤੋਂ ਬਾਅਦ ਦੋਸਤੋ ਐਮੋਰਿਟੀ ਐਂਡ ਐਪੀਥਲੇਮੀਅਨ, ਇੱਕ ਵੋਲਿਊਮ ਸੀ ਪੂਰਾ ਜਿਹਦੇ ਵਿੱਚ ਐਮੋਰਿਟੀ ਐਪੀਥਲੇਮੀਅਨ ਦੋਵੇਂ ਲਿਖੇ ਸੀ 1995 ਦੇ ਵਿੱਚ, ਠੀਕ ਹੈ ਦੋਸਤੋ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਜੀ ਐਸਟ੍ਰੋਫਿਲ। ਐਸਟ੍ਰੋਫਿਲ ਧਿਆਨ ਨਾਲ ਸੁਣਿਓ, ਆ ਪੈਸਟੋਰਲ ਐਲਜੀ ਆ ਇਹ, ਜੇ ਕੋਈ ਪੁੱਛੇ ਐਸਟ੍ਰੋਫਿਲ ਕੀ ਆ, ਪੈਸਟੋਰਲ ਐਲਜੀ ਔਨ ਦ ਡੈਥ ਆਫ ਮੋਸਟ ਨੋਬਲ ਐਂਡ ਵੋਲਰਸ ਨਾਈਟ ਸਰ ਫਿਲਿਪ ਸਿਡਨੀ। ਕੁਐਸਚਨ ਕਾਫੀ ਵਾਰ ਰਿਪੀਟ ਹੋਇਆ ਇਹ। ਕੌਲਿਨ ਕਲਾਊਡ ਕਮ ਹੋਮ ਅਗੇਨ, ਇਹ ਸਿੱਧੇ ਕੁਐਸਚਨ ਆ ਜਾਂਦਾ ਹੁੰਦਾ, ਜਾਂ ਇਹ ਆ ਜਾਂਦਾ ਕਿ ਸਪੈਂਸਰ ਦੁਆਰਾ ਲਿਖਿਆ ਹੋਇਆ ਹੇਠ ਲਿਖਿਆ ਚੋਂ ਵਰਕ ਕਿਹੜਾ। 1596 ਦੇ ਵਿੱਚ ਉਹਨਾਂ ਨੇ ਕੀ ਹੋਰ ਲਿਖਿਆ, ਹੈ ਨਾ, ਉਹਦੀ ਇੱਕ ਲਿਸਟ ਇੱਥੇ ਆ। ਫੋਵਰਹੈਮਸ 1596 ਦੇ ਵਿੱਚ ਫੋਵਰਹੈਮਸ ਡੈਡੀਕੇਟਡ ਫਰੋਮ ਦ ਕੋਰਟ ਐਟ ਗ੍ਰੀਨਵਿਚ, ਪਬਲਿਸ਼ਡ ਵਿਦ ਦ ਸੈਕੰਡ ਐਡੀਸ਼ਨ ਆਫ ਡੈਫਨਾਈਡਾ। ਡੈਫਨਾਈਡਾ ਦੇ ਦੂਜੇ ਐਡੀਸ਼ਨ ਨਾਲ ਇਹ ਜਿਹੜਾ ਹੈਗਾ ਫੋਵਰਹੈਮਸ ਪਬਲਿਸ਼ ਹੋਇਆ ਸੀ ਦੋਸਤੋ। ਉਹਦੇ ਬਾਅਦ ਇਹ ਮਤਲਬ ਇਹ 1596 ਦੇ ਵਿੱਚ ਹੀ, ਪ੍ਰੋਥਲੇਮੀਅਨ ਵੀ ਇੱਚ ਹੀ ਹੋਇਆ 1596 ਦੇ ਵਿੱਚ। ਇਹ ਸਾਰੇ ਵਰਕ ਹੋਰ ਆ ਅਲੱਗ ਤੋਂ ਆ, ਅਲੱਗ ਤੋਂ ਆ। ਦ ਫੇਰੀ ਕੁਈਨ 4 ਤੋਂ 6 ਬੁੱਕ ਇਹ ਵੀ ਇਸੇ ਟਾਈਮ ਦੇ ਵਿੱਚ 1596 ਦੇ ਵਿੱਚ, ਹੈ ਨਾ, ਪਬਲਿਸ਼ ਹੁੰਦੇ ਆ। ਇਹ ਵੀ 1596 ਦੇ ਵਿੱਚ ਪਬਲਿਸ਼ ਹੁੰਦੇ ਆ। ਸੋ ਇਹ ਪੜ੍ਹ ਲਿਓ, ਬਹੁਤੇ ਇੰਪੋਰਟੈਂਟ ਨਹੀਂ ਆ ਕੋਈ ਹੇਠਾਂ ਵਾਲੇ। ਪੋਸਥਿਊਮਸ, ਮੌਤ ਤੋਂ ਬਾਅਦ ਕਿਹੜੇ ਪਬਲਿਸ਼ ਹੋਏ? 1599 ਦੇ ਵਿੱਚ ਡੈਥ ਹੋ ਜਾਂਦੀ ਹੈ ਸਪੈਂਸਰ ਸਾਹਿਬ ਦੀ। 1609 ਦੇ ਵਿੱਚ 2 cantos of mutabilities published together with the reprint of the fairy queen। ਫੇਰੀ ਕੁਈਨ ਦੇ ਨਵੇਂ ਪ੍ਰਿੰਟ ਨਾਲ 2 cantos of mutabilities ਪਬਲਿਸ਼ ਹੁੰਦੇ ਆ ਦੋਸਤੋ। 1611 ਦੇ ਵਿੱਚ
ਕੁਆਇਸਟਫੋਲੀਓ ਐਡੀਸ਼ਨ ਆਫ ਸਪੈਂਸਰਸ ਕਲੈਕਟਡ ਵਰਕਸ, ਇਹ ਕਰਨ ਦੀ ਲੋੜ ਨਹੀਂ ਆ। 1603 ਦੇ ਵਿੱਚ ਕੀ ਹੁੰਦਾ, 1603 ਦੇ ਵਿੱਚ ਆ ਵਿਊ ਆਫ ਦਾ ਪ੍ਰੈਜ਼ੈਂਟ ਸਟੇਟ ਆਫ ਆਇਰਲੈਂਡ, ਆ ਪ੍ਰੋਜ ਟ੍ਰੀਟਾਈਜ਼ ਔਨ ਦਾ ਰੈਫੋਰਮੇਸ਼ਨ ਆਫ ਆਇਰਲੈਂਡ। ਠੀਕ ਹੈ ਦੋਸਤੋ, ਸੋ ਇਹ ਸੀਗਾ ਜੀ ਅੱਜ ਦਾ ਲੈਕਚਰ ਐਡਮੰਡ ਸਪੈਂਸਰ ਦਾ। ਨੈਕਸਟ ਲੈਕਚਰ ਦੇ ਵਿੱਚ ਦੁਬਾਰਾ ਮਿਲਦੇ ਹਾਂ ਦੋਸਤੋ ਕ੍ਰਿਸਟੋਫਰ ਮਾਰਲੋਕ ਨਾਲ। So that's it for today, and thank you very much.